ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਾਫੀ ਟਾਈਮ ਤੋਂ ਮੈਨੂੰ ਰਿਕੁਐਸਟ ਆ ਰਹੀ ਸੀ, ਮੈਸੇਜ ਆ ਰਹੇ ਸੀ ਕਿ ਸਾਨੂੰ ਕੋਈ ਬੈਟਰ ਕੋਡ ਐਡੀਟਰ ਦੱਸੋ। ਅਤੇ ਐਕਚੁਅਲੀ ਮੇਰੀ ਅਕੋਰਡਿੰਗ ਤਾਂ VS ਕੋਡ ਹੀ ਸਭ ਤੋਂ ਬੈਟਰ ਹੈ, ਪਰ ਤਿੰਨ ਚਾਰ ਆਪਸ਼ਨ ਹੋਰ ਵੀ ਨੇ। ਜੇ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟਰਾਈ ਕਰ ਸਕਦੇ ਹੋ ਉਹਨਾਂ ਦੇ ਵੀ। ਉਹ ਵੀ ਕਾਫੀ ਫੇਮਸ ਨੇ, ਕਾਫੀ ਯੂਜ਼ਫੁਲ ਨੇ। ਕਾਫੀ ਡਿਵੈਲਪਰਸ ਉਹਨਾਂ ਦੇ ਕੋਡਿੰਗ ਕਰਨਾ ਪਸੰਦ ਕਰਦੇ ਆ। ਅਤੇ ਸਾਰਿਆਂ ਤੋਂ ਮੋਸਟਲੀ ਇਹ ਸਾਰੇ ਹੀ ਓਪਨ ਸੋਰਸ ਨੇ ਅਤੇ ਫ੍ਰੀ ਆਫ ਕਾਸਟ ਨੇ। ਅਤੇ ਮੋਸਟਲੀ ਹਰ ਵਿੰਡੋਜ਼ 'ਤੇ ਹਰ ਓਪਰੇਟਿੰਗ ਸਿਸਟਮ 'ਤੇ ਲਾਈਕ ਵਿੰਡੋ, ਮੈਕਨੀਟੋਸ, ਲਿਨਿਕਸ, ਉਬੰਟੂ ਸਾਰਿਆਂ 'ਤੇ ਇਹ ਚੱਲ ਪੈਂਦੇ ਨੇ। ਉਹਨਾਂ ਦੇ ਵਿੱਚ ਸਭ ਤੋਂ ਟੌਪ 'ਤੇ ਹੈ ਆਪਣਾ ਵਿਮ ਐਡੀਟਰ, ਜਿਹਨੂੰ ਕਾਫੀ ਲੋਕ ਪਸੰਦ ਕਰਦੇ ਨੇ, ਫ੍ਰੀ ਆਫ ਕਾਸਟ ਹੈ। ਸੈਕਿੰਡ ਵਨ ਇਜ਼ ਅ ਬ੍ਰੈਕਿਟ ਟੈਕਸਟ ਐਡੀਟਰ। ਐਕਚੁਅਲੀ ਜੋ ਬ੍ਰੈਕਿਟ ਟੈਕਸਟ ਐਡੀਟਰ ਹੈ ਮੋਸਟਲੀ ਫਰੰਟ ਐਂਡ ਲਈ ਹੀ ਕੀਤਾ ਜਾਂਦਾ ਹੈ, ਬੈਕ ਐਂਡ ਲਈ ਨਹੀਂ ਯੂਜ਼ ਕੀਤਾ ਜਾਂਦਾ, ਫਰੰਟ ਐਂਡ ਲਈ ਕੀਤਾ ਜਾਂਦਾ ਹੈ। ਅਤੇ ਇਸ ਤੋਂ ਨੈਕਸਟ ਆਪਣਾ ਐਟਮ, ATOM, ਐਟਮ। ਇਹ ਵੀ ਓਪਨ ਸੋਰਸ ਹੈ, ਫ੍ਰੀ ਆਫ ਕਾਸਟ ਹੈ। ਇਹਨੂੰ ਵੀ ਕਾਫੀ ਲਾਈਕ ਕੀਤਾ ਜਾ ਰਿਹਾ ਹੈ, ਖਾਸ ਕਰਕੇ 2020 ਦੇ ਵਿੱਚ ਇਹ ਵੀ ਕਾਫੀ ਪੋਪੂਲਰ ਸੀ। ਦ ਨੈਕਸਟ ਇਜ਼ ਸਬਲਾਈਮ ਵੀ ਫ੍ਰੀ ਹੈ, ਓਪਨ ਸੋਰਸ ਹੈ। ਇਹ ਵੀ ਕਾਫੀ ਯੂਜ਼ ਕੀਤਾ ਜਾਂਦਾ, ਪਰ ਇਹਨਾਂ ਦੇ ਵਿੱਚ ਮੇਨ ਇਸ਼ੂ ਇਹ ਆਉਂਦਾ ਕਿ ਇਹਨਾਂ ਦੇ ਵਿੱਚ ਲਾਇਬ੍ਰੇਰੀਜ਼ ਬੜੀਆਂ ਘੱਟ ਹੁੰਦੀਆਂ ਨੇ। ਕੋਡ ਐਡੀਟਰ ਨੇ ਪਰ ਇਹ ਲਾਇਬ੍ਰੇਰੀਜ਼ ਬੜੀ ਲਿਮਿਟਡ ਨੇ। ਮੋਸਟਲੀ ਇਹਦੇ ਪਿੱਛੇ ਬੈਕ ਐਂਡ 'ਤੇ ਕੋਈ ਬਹੁਤ ਬੜੀ ਟੀਮ ਨਹੀਂ ਹੈਗੀ ਜੋ ਇਹਨੂੰ ਸਪੋਰਟ ਕਰਦੇ ਹੋਏ, ਜੋ ਕਿ ਇਹਦੇ 'ਚ ਰੈਗੂਲਰ ਅਪਡੇਟਸ ਦਿੰਦੇ ਹੋਵੇ। ਇੱਦਾਂ ਦੀਆਂ ਟੀਮਸ ਨਹੀਂ ਹੈਗੀਆਂ। ਅਤੇ ਦੂਜੀ ਗੱਲ ਇਹ, ਜਿਵੇਂ ਲਾਇਬ੍ਰੇਰੀਜ਼ ਨੇ, ਹੋਰ ਐਕਸਟੈਂਸ਼ਨਸ ਨੇ, ਆਪਾਂ ਕੋਈ ਕੁਛ ਡਿਫਰੈਂਟ ਕਰਨਾ, ਕੁਛ ਡਿਫਰੈਂਟ ਲੈਂਗੁਏਜ 'ਚ ਕੰਮ ਕਰਨਾ ਚਾਹੁੰਦੇ, ਆਪਾਂ ਚਾਹੁੰਦੇ ਕਿ ਉਹਦੀ ਇੰਟੈਲੀਜੈਂਸ ਹੋਵੇ, ਰਾਈਟ। ਅਤੇ ਕੁਛ ਸ਼ਾਰਟਕਟਸ ਹੋਣ ਜਿਹਦੇ ਨਾਲ ਅਸੀਂ ਈਜ਼ੀਲੀ ਆਪਣਾ ਕੋਡ ਲਿਖ ਸਕਣ, ਸਾਡਾ ਟਾਈਮ ਕੰਜ਼ਿਊਮ ਜ਼ਿਆਦਾ ਨਾ ਹੋਵੇ। ਅਤੇ ਦ ਬੈਸਟ ਥਿੰਗ ਇਜ਼ ਕਿ ਜਿਹੜੀ ਆ ਹਰ ਡਿਵੈਲਪਰ ਕੋਡ ਐਡੀਟਰ 'ਚ ਲੱਭਦਾ ਕਿ ਉਹਨੂੰ ਆਪਣੇ ਕੋਡ ਨੂੰ ਉਹ ਬੜੇ ਚੰਗੀ ਤਰ੍ਹਾਂ ਡਿਬਗ ਕਰ ਸਕੇ, ਡਿਬਗ ਕਰਕੇ ਟੈਸਟ ਕਰ ਸਕੇ। ਲਾਈਵ ਸਰਵਰ ਹੋਵੇ ਕਿ ਨਾਲ ਦੀ ਨਾਲ ਹੀ ਕੋਡ ਆਪੇ ਰਿਫਰੈਸ਼ ਹੋ ਜੇ, ਅਤੇ ਉਹ ਕੋਈ ਵੀ ਡਿਫਰੈਂਟ ਲੈਂਗੁਏਜ 'ਤੇ ਕੰਮ ਕਰ ਸਕੇ ਆਪਣੇ ਕੋਡ ਐਡੀਟਰ 'ਤੇ। ਜਿਵੇਂ ਕਿਸੇ ਪ੍ਰੋਜੈਕਟ ਦੇ ਵਿੱਚ ਕੋਈ ਦੋ ਨਵੀਆਂ ਲੈਂਗੁਏਜਸ ਆ ਗਈਆਂ ਜੋ ਕਲਾਇੰਟ ਨੇ ਯੂਜ਼ ਕਰਨੀਆਂ, ਜਾਂ ਤੁਸੀਂ ਕਾਲਜ ਦਾ ਪ੍ਰੋਜੈਕਟ ਬਣਾ ਰਹੇ ਹੋ ਅਤੇ ਤੁਸੀਂ ਚਾਹੁੰਦੇ ਹੋ ਇਹਦੇ 'ਚ ਕੋਈ ਇੱਕ ਦੋ ਲੈਂਗੁਏਜ ਜੋ ਤੁਸੀਂ ਨਵੀਂ ਸਿੱਖੀ ਹੈ ਉਹਨੂੰ ਹੋਰ ਆਪਣੀ ਸਕਿੱਲਸ ਨੂੰ ਪੋਲਿਸ਼ ਕਰਕੇ ਅਤੇ ਇਸ ਪ੍ਰੋਜੈਕਟ 'ਚ ਯੂਜ਼ ਕरें, ਤਾਂ ਕਿ ਵਧੀਆ ਮਾਰਕਸ ਮਿਲ ਜਾਣ ਤੁਹਾਨੂੰ ਅਤੇ ਟੀਚਰ ਨੂੰ ਵੀ ਵਧੀਆ ਲੱਗੇ। ਬਟ ਇਹ ਜਿਹੜੇ ਮੈਂ ਦੱਸੇ ਨੇ ਕੋਡ ਐਡੀਟਰਸ, ਇਹਨਾਂ ਦੇ ਵਿੱਚ ਇੰਨੀ ਬੈਕ ਐਂਡ 'ਤੇ ਸਪੋਰਟ ਨਹੀਂ ਆਉਂਦੀ, ਇਸ ਕਰਕੇ ਇਹਦੀ ਲਾਇਬ੍ਰੇਰੀਜ਼ ਐਕਸਟੈਂਸ਼ਨਸ ਬੜੀਆਂ ਘੱਟ ਨੇ, ਰਾਈਟ। ਅਤੇ ਨੈਕਸਟ ਹੈ ਜਿਹੜਾ ਮੇਰਾ ਬੈਸਟ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਉਹ ਹੈ VS ਕੋਡ, ਵਿਜ਼ੂਅਲ ਸਟੂਡੀਓ ਕੋਡ, ਜਿਹਨੂੰ ਬੈਕ ਐਂਡ ਸੰਭਾਲਦੀ ਹੈ ਮਾਈਕਰੋਸਾਫਟ, ਕਿਉਂਕਿ ਮਾਈਕਰੋਸਾਫਟ ਦਾ ਬਣਾਇਆ ਵਾ। ਅਤੇ ਤੁਹਾਨੂੰ ਪਤਾ ਹੀ ਹੈ ਮਾਈਕਰੋਸਾਫਟ ਆਪਣੀ ਕੋਡਿੰਗ ਦੇ ਲੈਂਗੁਏਜ 'ਚ ਪ੍ਰੋਗਰਾਮਰਸ ਦੇ ਲਈ ਆਈ ਥਿੰਕ ਸਾਰੇ ਜਾਣਦੇ ਹਨ ਕਿ ਬਹੁਤ ਹੀ ਬੜੀ ਕੰਪਨੀ ਹੈ, ਵਿੰਡੋ ਹੀ ਇਸ ਦੀ ਹੈ, ਰਾਈਟ। ਅਤੇ ਪਹਿਲਾਂ ਵਿਜ਼ੂਅਲ ਸਟੂਡੀਓ ਆਉਂਦਾ ਸੀ, ਹੁਣ ਵੀ ਆਉਂਦਾ ਹੈ, ਜੋ ਕਿ ਕਾਫੀ ਹੈਵੀ ਟੂਲ ਹੈ। ਪਰ ਆਪਾਂ ਜੇ ਲਾਈਟ ਵੇਟ ਪ੍ਰੋਗਰਾਮਿੰਗ ਲੈਂਗੁਏਜਸ 'ਤੇ ਕੰਮ ਕਰਨਾ, ਲਾਈਕ JS ਬੇਸਡ, ਲਾਈਕ PHP, Python ਐਂਡ ਆਲ, ਤਾਂ ਇਹਨਾਂ ਵਾਸਤੇ VS ਕੋਡ ਨਵਾਂ ਆਇਆ। 4-5 ਸਾਲ ਹੀ ਹੋਏ ਨੇ VS ਕੋਡ ਨੂੰ ਆਏ ਵੇ। ਉਹਦੀਆਂ ਅਪਡੇਟਸ ਵੀ ਆਉਂਦੀਆਂ ਨੇ ਰੈਗੂਲਰਲੀ, ਅਤੇ ਮੋਸਟਲੀ ਉਹ ਮੋਰ ਦੈਨ ਮੈਂ ਇਹ ਹਿਸਾਬ ਨਾਲ 50-60 ਲੈਂਗੁਏਜਸ ਤੋਂ ਬਾਅਦ ਨੂੰ ਸਪੋਰਟ ਕਰਦਾ ਹੈ VS ਕੋਡ, ਕਿਉਂਕਿ ਉਸਦੀ ਰੈਗੂਲਰ ਉਸਦੀ ਅਪਡੇਟਸ ਆਉਂਦੀਆਂ ਰਹਿੰਦੀਆਂ ਨੇ। ਕੁਛ ਵੀ ਲੈਂਗੁਏਜ 'ਚ ਚੇਂਜ ਹੈ, ਕੁਛ ਵੀ ਉਹਦੇ ਨਾਲ ਦੀ ਨਾਲ ਲਾਇਬ੍ਰੇਰੀਜ਼ ਐਕਸਟੈਂਸ਼ਨਸ ਉਹਦੀਆਂ ਨਵੀਆਂ ਆ ਜਾਂਦੀਆਂ ਨੇ। ਅਤੇ ਉਹ ਕਾਫੀ ਪ੍ਰੋਗਰਾਮਰਸ ਦੇ ਲਈ, ਖਾਸ ਕਰਕੇ ਨਿਊ ਕਮਰਸ ਦੇ ਲਈ ਤਾਂ ਕਾਫੀ ਯੂਜ਼ਫੁਲ ਹੈ VS ਕੋਡ। ਅਤੇ ਪਹਿਲਾਂ ਜੋ ਮਾਈਕਰੋਸਾਫਟ ਦਾ ਟੂਲ ਆਉਂਦਾ ਸੀ ਵਿਜ਼ੂਅਲ ਸਟੂਡੀਓ, ਉਹ ਸਿਰਫ ਵਿੰਡੋਜ਼ 'ਤੇ ਚੱਲਦਾ ਸੀ,
ਲੇਕਿਨ VS ਕੋਡ ਹੈ ਜਿਹੜਾ ਇੱਕ ਕ੍ਰਾਸ ਪਲੇਟਫਾਰਮ ਹੈ। ਮੀਨਸ ਤੁਸੀਂ ਵਿੰਡੋ, ਮੈਗਨੀਟੋਸ, ਲਿਨਕਸ, ਉਬੰਟੂ ਕਿਸੇ ਓਪਰੇਟਿੰਗ ਸਿਸਟਮ 'ਤੇ ਵੀ ਇਹਨੂੰ ਯੂਜ਼ ਕਰ ਸਕਦੇ ਆ, ਰਾਈਟ। ਅਤੇ ਇਹਦੇ 'ਚ ਲਾਈਵ ਸਰਵਰ ਹੈ, ਬੜੀ ਈਜ਼ੀਲੀ ਤੁਸੀਂ ਕੋਡ ਲਿਖਿਆ ਨਾਲ ਦੀ ਨਾਲ ਹੀ ਤੁਸੀਂ ਬਰਾਊਜ਼ਰ 'ਤੇ ਚੈੱਕ ਕਰ ਸਕਦੇ ਹੋ ਕੀ ਆਊਟਪੁੱਟ ਹੈ। ਮੇਰੇ ਅਕੋਰਡਿੰਗਲੀ VS ਕੋਡ ਬੈਸਟ ਹੈ। ਮੈਂ ਡਿਸਕ੍ਰਿਪਸ਼ਨ ਦੇ ਵਿੱਚ 5 ਦੇ 5 ਹੀ ਕੋਡ ਐਡੀਟਰਸ ਦੇ ਲਿੰਕ ਦੇ ਦੂੰਗਾ, ਤੁਸੀਂ ਜਿਹੜਾ ਤੁਹਾਨੂੰ ਪਸੰਦ ਹੋਏ ਤੁਸੀਂ ਡਾਊਨਲੋਡ ਕਰ ਲਿਓ, ਪਰ ਮੇਰੀ ਪ੍ਰੈਫਰੈਂਸ ਹੈ ਕਿ ਤੁਸੀਂ VS ਕੋਡ ਹੀ ਡਾਊਨਲੋਡ ਕਰਿਓ। ਆਪਣੇ ਤੁਸੀਂ ਐਂਗੂਲਰ 'ਤੇ ਟਿਊਟੋਰੀਅਲਸ ਜੋ ਚੱਲਦੇ ਰਹੇ ਨੇ ਉਹਨਾਂ 'ਚ ਵੀ ਤੁਸੀਂ ਚੈੱਕ ਕਰ ਸਕਦੇ ਹੋ, ਆਪਾਂ VS ਕੋਡ ਹੀ ਯੂਜ਼ ਕਰਦੇ ਹਾਂ, ਰਾਈਟ। ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਕਿ ਆਪਾਂ ਡਾਊਨਲੋਡ ਕਿਵੇਂ ਕਰਨਾ ਹੈ VS ਕੋਡ। ਜਸਟ ਲਾਈਕ ਤੁਸੀਂ ਇੱਥੇ ਲਿਖਣਾ VS ਕੋਡ ਡਾਊਨਲੋਡ, ਇਹ ਤੁਹਾਨੂੰ code.visualstudio.com 'ਤੇ ਰੀਡਾਇਰੈਕਟ ਕਰ ਦੂਗਾ। ਮੈਂ ਇਸ ਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਤੁਸੀਂ ਵਿੰਡੋ ਲਈ ਕਰਨਾ ਹੈ, ਉਬੰਟੂ ਲਈ ਕਰਨਾ ਰੈੱਡ ਹੈਟ, ਫਿਡੋਰਾ, ਮੈਕ OS, ਮੈਗਨੀਟੋਸ ਕਹਿੰਦੇ ਜਿਹਨੂੰ, ਜਿਸ ਦੇ ਲਈ ਵੀ ਤੁਸੀਂ ਕਰਨਾ। ਆਪਣੇ ਕੋਲ ਵਿੰਡੋ 8, 9, 10, 11 ਸਾਰਿਆਂ ਲਈ ਅਵੇਲੇਬਲ ਹੈ। 9 ਵਿੰਡੋ ਤਾਂ ਵੈਸੇ ਹੈ ਨਹੀਂ ਸੀ, 8, 10, 11 ਲਈ। ਨੈਕਸਟ VS ਕੋਡ ਡੋਂਟ ਜਸਟ ਜੋ ਆਪਸ਼ਨ ਸੀ ਆਪਾਂ ਸਿਲੈਕਟ ਕਰਕੇ ਉਸ ਤੋਂ ਬਾਅਦ ਇੰਸਟਾਲ ਕਰ ਦੇਣਾ। ਇਹ ਇੱਦਾਂ ਈਜ਼ੀਲੀ ਆਪਣਾ VS ਕੋਡ ਇੰਸਟਾਲ ਹੋ ਜਾਊਗਾ। ਸੇਮ ਸਟੈਪਸ ਦੇ ਨਾਲ ਤੁਸੀਂ ਮੈਗਨੀਟੋਸ ਤੇ ਲਿਨਕਸ, ਉਬੰਟੂ ਤੇ ਹੋਰ ਓਪਰੇਟਿੰਗ ਸਿਸਟਮ ਦੇ ਵਿੱਚ ਵੀ ਇੰਸਟਾਲ ਕਰ ਸਕਦੇ। ਲਾਂਚ ਇਹ ਕੁਛ ਮੇਰੇ ਪਹਿਲਾਂ ਦੇ ਪ੍ਰੋਜੈਕਟ ਸੀਗੇ ਜੋ ਇਹ VS ਕੋਡ ਨੇ ਆਪਣੇ ਆਪ ਹੀ ਓਪਨ ਕਰ ਦਿੱਤੇ। ਇਹ ਵਰਜ਼ਨ ਇੰਸਟਾਲ ਕੀਤਾ ਮੈਂ 1.69। the operator is issue ਜੋ ਇਸ ਅਪਡੇਟ ਦੇ ਵਿੱਚ ਕੀ ਕੁਛ ਨਵਾਂ ਆਇਆ ਤੁਸੀਂ ਚੈੱਕ ਕਰ ਸਕਦੇ ਹੋ। the same server used for remote development, ਰਾਈਟ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਾਈਕਰੋਸੋਫਟ ਇਸ ਦਾ ਬੈਕ ਐਂਡ ਹੈ, ਅਤੇ ਇਸ ਦੇ ਵਿੱਚ ਜੋ ਟਾਈਮ ਟੂ ਟਾਈਮ ਚੇਂਜਸ ਚਾਹੀਦੀਆਂ ਨੇ ਡਿਵੈਲਪਰਸ ਨੂੰ, ਉਹ ਇਹਦੇ 'ਚ ਅਪਡੇਟ ਦੇ ਰੂਪ 'ਚ ਜਾਂ ਲਾਇਬ੍ਰੇਰੀਜ਼ ਦੇ ਰੂਪ ਦੇ ਵਿੱਚ, ਐਕਸਟੈਂਸ਼ਨਸ ਦੇ ਰੂਪ ਦੇ ਵਿੱਚ ਹਰੇਕ ਚੀਜ਼ ਪ੍ਰੋਵਾਈਡ ਕਰਦਾ ਹੀ ਹੈ ਮਾਈਕਰੋਸੋਫਟ ਇਸ ਟੂਲ ਦੇ ਵਿੱਚ। ਨੇ ਇਹਨਾਂ ਨੇ ਕੁਛ ਡਾਟ ਦਿੱਤੀਆਂ ਨੇ, ਇਹ ਗਿਟਹਬ ਥੀਮਸ ਹੈ। ਗਿਟਹਬ ਦੇ ਬਾਰੇ ਤੁਹਾਨੂੰ ਮੈਂ ਨੈਕਸਟ ਵੀਡੀਓ ਦੇ ਵਿੱਚ ਦੱਸੂੰਗਾ। ਸੈਪਰੇਟ ਵੀਡੀਓ ਬਣਾਉਣੀ ਪੈਣੀ ਕਿਉਂਕਿ ਗਿਟਹਬ ਇੱਕ ਬੜਾ ਟੌਪਿਕ ਹੈ, ਸਾਰੇ ਕਵਰ ਕਰਾਂਗੇ, ਰਾਈਟ। ਇਹ ਹੈ ਪੁਰਾਣਾ। ਜੇ ਮੈਂ ਇਹਨੂੰ ਬੰਦ ਕਰਦਾ, ਨਿਊ ਟੈਕਸਟ ਫਾਈਲ, ਨਵੀਂ ਵਿੰਡੋ ਓਪਨ ਕਰ ਲੈਂਦੇ ਹਾਂ ਪੁਰਾਣੇ। ਤੁਸੀਂ ਇਹ ਇਹਦੇ ਵਿੱਚ ਫੀਚਰ ਦੇਖ ਸਕਦੇ ਹੋ। ਇਹ ਡੌਕਰ ਹੈ, ਇਹ ਬਾਅਦ 'ਚ ਦੱਸਾਂਗਾ, ਇਸ 'ਤੇ ਵੀਡੀਓ ਫਿਰ ਬਣਾਵਾਂਗੇ। ਇਟ ਇਜ਼ ਰਿਲੇਟਡ ਟੂ ਦਾ DevOps, ਕਲਾਊਡ ਕੰਪਿਊਟਿੰਗ ਸਮਥਿੰਗ। ਬੂਸਟ ਯੋਰ ਪ੍ਰੋਡਕਟੀਵਿਟੀ, ਤੁਸੀਂ ਇਸ 'ਤੇ ਟਿਪਸ ਟ੍ਰਿਕਸ ਸਮਝ ਸਕਦੇ ਹੋ। ਫੰਡਾਮੈਂਟਲ ਤੁਸੀਂ ਸਮਝ ਸਕਦੇ ਹੋ ਕਿਵੇਂ VS ਕੋਡ ਨੂੰ ਬੈਟਰ ਯੂਜ਼ ਕਰ ਸਕਦੇ ਹੋ ਤੁਸੀਂ। ਜੇ ਮੈਂ ਇਸ 'ਤੇ ਕਲਿੱਕ ਕਰਾਂ ਤਾਂ ਇਹ ਮੈਨੂੰ ਇੱਥੇ ਲਿਆਊਗਾ ਇੰਟਰੈਕਟਿਵ ਪਲੇਗਰਾਊਂਡ, ਰਾਈਟ।
ਟੌਪਿਕਸ ਦੇ ਰਿਲੇਟਿਡ ਇਹਨਾਂ ਨੇ ਵੀਡੀਓਜ਼ ਵੀ ਬਣਾਈਆਂ ਹੋਈਆਂ ਨੇ, ਤੁਸੀਂ ਇਹ ਤੋਂ ਸਿੱਖ ਸਕਦੇ ਹੋ। ਤੁਹਾਨੂੰ ਹਰੇਕ ਚੀਜ਼ ਦੇ ਟਿਊਟੋਰੀਅਲਸ ਮਿਲਣਗੇ ਇੱਥੇ। ਤੁਸੀਂ ਥੀਮ ਚੇਂਜ ਕਰ ਸਕਦੇ ਹੋ। ਥੀਮਸ ਮੈਂ ਤੁਹਾਨੂੰ ਵੈਸੇ ਦੱਸਦਾ ਉੱਤੇ ਸ਼ਾਰਟਕਟਸ ਵਗੈਰਾ ਵਾਪਸ ਆ ਜਾਂਦੇ ਆ। ਹਾਂਜੀ, ਹੁਣ ਆਪਾਂ ਦੇਖ ਸਭ ਤੋਂ ਪਹਿਲਾਂ ਫਾਈਲ ਦੇ ਵਿੱਚ ਤੁਸੀਂ ਨਵੀਂ ਫਾਈਲ ਐਡ ਕਰ ਸਕਦੇ ਹੋ, ਟੈਕਸਟ ਫਾਈਲ, ਨਿਊ ਫਾਈਲ, ਵਿੰਡੋ। ਕੋਈ ਪਹਿਲਾਂ ਤੋਂ ਫਾਈਲ ਹੈ, ਤੁਹਾਡਾ ਪ੍ਰੋਜੈਕਟ ਕੋਈ ਬਣਿਆ ਹੋਇਆ, ਤੁਸੀਂ ਉਸ ਪ੍ਰੋਜੈਕਟ ਨੂੰ ਓਪਨ ਕਰਨਾ ਹੈ, ਫੋਲਡਰ ਓਪਨ ਕਰਨਾ ਹੈ, ਉਹ ਕਰ ਸਕਦੇ ਹੋ। ਜਾਂ ਰੀਸੈਂਟ ਨੇ, ਇਹ ਰੀਸੈਂਟ ਇਹਨਾਂ ਤੇ ਕੰਮ ਕੀਤਾ ਪ੍ਰੋਜੈਕਟਸ ਤੇ ਮੈਂ ਇਹ ਦਿਖਾ ਰਿਹਾ, ਰਾਈਟ। ਇਹ ਸਾਰੇ ਵਿੱਚ ਨੇ, ਇਹ ਸਿੰਪਲ ਨੇ, ਇਹਨਾਂ ਦੇ ਸ਼ਾਰਟਕਟਸ ਤੁਸੀਂ ਯਾਦ ਕਰ ਲਓਗੇ ਤਾਂ ਤੁਹਾਨੂੰ ਬਹੁਤ ਈਜ਼ੀ ਹੋ ਜਾਊਗਾ। ਅਨਡੂ ਤੇ ਰੀਡੂ ਤਾਂ ਸਭ ਤੋਂ ਸਿੰਪਲ ਨੇ, ਇਹ ਤਾਂ ਸਾਰਿਆਂ ਨੂੰ ਆਉਂਦੇ ਹੁੰਦੇ ਨੇ ਮੋਸਟਲੀ। ਇਹ ਵਾਲੇ ਤਾਂ ਸ਼ਾਰਟਕਟਸ ਸਾਰੇ ਸ਼ਾਰਟਕਟਸ ਨੇ, ਸਿਲੈਕਟ ਆਲ, ਐਕਸਪੈਂਡ ਐਕਸਟੈਂਸ਼ਨ, ਸ਼ਿੰਕ ਸਿਲੈਕਸ਼ਨ, ਰਾਈਟ, ਵਿਊ, ਰਨ, ਗੋ, ਸਵਿਚ, ਹੈਲਪ, ਗੈਟ ਸਟਾਰਟ, ਕਾਲ ਕਮਾਂਡਸ, ਡਾਕੂਮੈਂਟੇਸ਼ਨ। ਆਪਾਂ ਇੱਕ ਨਵੀਂ ਫਾਈਲ ਐਡ ਕਰਦੇ ਹਾਂ, ਆਪਾਂ ਕਰਦੇ ਉਹਦੇ ਤੇ ਨਿਊ ਫਾਈਲ। ਆਪਾਂ ਕਰਦੇ ਹਾਂ index dot html। Then you open different editor to get this started। ਇਹਨੂੰ ਆਪਾਂ ਫਾਈਲ ਨੂੰ index.html ਸੇਵ ਕਰਦੇ ਹਾਂ। ਆਪਾਂ ਇਹਨੂੰ ਡੈਸਕਟਾਪ ਤੇ ਹੀ ਬਣਾਉਂਦੇ ਹਾਂ। ਡੈਸਕਟਾਪ ਦੇ ਵਿੱਚ ਨਿਊ ਫੋਲਡਰ ਬਣਾ ਦਿੰਦੇ ਆਪਾਂ, VS Code। VS Code ਆਪਾਂ ਨਵੀਂ ਫਾਈਲ ਸੇਵ ਕੀਤੀ। ਤੁਸੀਂ ਚੈੱਕ ਕਰ ਸਕਦੇ ਹੋ ਇਹ ਤੁਹਾਡਾ ਪਾਥ ਦਿਖਾ ਰਿਹਾ ਕਿੱਥੇ ਕਿੱਥੇ ਨਹੀਂ। ਤੇ ਆਪਾਂ ਇਹ index.html ਸੇਵ ਕੀਤੀ ਹੈ। ਤੇ ਹੁਣ ਜਿਵੇਂ ਇਸ ਤੇ ਕਲਿੱਕ ਕਰਾਂ, ਇਹ ਆ ਗਿਆ ਐਟ ਐਬਰੀਵੇਸ਼ਨ। ਨੀਚੇ ਵਾਲੇ ਤੇ ਕਲਿੱਕ ਕਰਾਂ ਮੈਂ, ਇਹਨੂੰ ਕਿਹੜੇ ਇਹ ਸ਼ਾਰਟਕਟਸ ਨੇ, ਰਾਈਟ। ਮੈਂ ਇਸ ਤੇ ਕਲਿੱਕ ਕੀਤਾ, ਇਹਨੇ ਪੂਰਾ HTML ਦਾ ਜੋ ਬੇਸਿਕ ਸਟਰਕਚਰ ਹੁੰਦਾ ਉਹ ਤਿਆਰ ਕਰਤਾ। ਜਿਨ੍ਹਾਂ ਨੂੰ ਤੁਹਾਨੂੰ HTML ਆਉਂਦੀ ਹੈ ਤੁਸੀਂ ਦੇਖ ਸਕਦੇ ਹੋ, ਜਿਹਨਾਂ ਨੂੰ ਨਹੀਂ ਆਉਂਦੀ ਉਹ ਮੇਰੇ ਦੂਸਰੇ ਟਿਊਟੋਰੀਅਲਸ HTML ਵਾਲੇ ਚੈੱਕ ਕਰ ਸਕਦੇ ਹੋ, ਉੱਥੋਂ ਦੇਖ ਕੇ ਲਰਨ, ਰਾਈਟ। ਇੱਦਾਂ HTML ਦੀ ਫਾਈਲ ਬਣ ਜਾਂਦੀ ਹੈ। ਇਹ ਫਾਰਮ ਬਣ ਗਿਆ। ਹੁਣ ਇਸ ਸਾਈਡ ਵਾਲੇ ਸ਼ਾਰਟਕਟ ਤੁਹਾਨੂੰ ਦੱਸਦਾ, ਇਹ ਐਕਸਪਲੋਰਰ, ਇਸ ਤੇ ਕਲਿੱਕ ਕਰੂੰਗਾ ਤੇ ਇਹ ਆ ਜਾਊਗਾ ਕਲੋਨ ਰਿਪੋਜ਼ਿਟਰੀ ਹੈ, ਸਮਥਿੰਗ GitLab GitHub ਦੇ ਰਿਲੇਟਿਡ ਹੈ, Git ਤੇ, ਉਹ ਤੁਹਾਨੂੰ ਬਾਅਦ 'ਚ ਸਮਝਾਊਂਗਾ। ਇਹ ਸਿੰਪਲ ਐਡੀਟਰ ਦੇ ਵਿੱਚ ਇੱਕ ਫਾਈਲ ਹੈ, ਯੂ ਹੈਵ ਨਾਟ ਓਪਨਡ ਅ ਫੋਲਡਰ। ਤੁਸੀਂ ਫੋਲਡਰ ਓਪਨ ਕਰੋ, ਆਪਾਂ ਇਹੀ ਫੋਲਡਰ ਓਪਨ ਕਰਨਾ ਹੈ। ਇਹ ਫੋਲਡਰ ਦੇ ਵਿੱਚ ਤੁਹਾਨੂੰ ਰਾਈਟ ਵੇ ਦੇ ਵਿੱਚ ਹੁਣ ਸ਼ੋ ਹੋ ਜਾਊਗਾ। ਇੱਥੇ ਤੁਸੀਂ ਇਹ ਤੁਹਾਡਾ VS Code ਫੋਲਡਰ ਹੈ, ਇਹ ਤੁਹਾਡੀ ਫਾਈਲ ਹੈ। ਤੁਸੀਂ ਇੱਥੋਂ ਡਾਇਰੈਕਟਲੀ ਵੀ ਫਾਈਲ ਕ੍ਰੀਏਟ ਕਰ ਸਕਦੇ ਹੋ। ਜਿਵੇਂ ਮੈਂ ਇੱਥੇ ਕਲਿੱਕ ਕੀਤਾ, ਇੱਥੇ ਮੈਂ ਲਿਖਤਾ default.html, ਰਾਈਟ। ਇਹ ਫਾਈਲਸ ਕ੍ਰੀਏਟ ਹੋ ਗਈ ਡਿਫਾਲਟ ਨਾਲ। अपने आप ही ऐड हो गया। मैं सिर्फ H1 लिखना, ਉਸ ਤੋਂ ਬਾਅਦ ਐਂਟਰ ਕੀਤਾ। उसमें क्लोजिंग टैग
ये पूरा फॉर्मेट स्ट्रक्चर अपने आप ही क्रिएट कर देता। मैं टेक इंजीनियर, राइट। ਉਸ ਤੋਂ ਬਾਅਦ ਫਾਈਲ ਆਪਾਂ ਚੈੱਕ ਕਰ ਲਈ, ਆਪਾਂ ਫੋਲਡਰ ਵੀ ਕ੍ਰੀਏਟ ਕਰ ਸਕਦੇ ਹਾਂ ਇੱਥੇ CSS ਫੋਲਡਰ ਦੇ ਅੰਦਰ ਆਪਾਂ ਫਾਈਲ ਕ੍ਰੀਏਟ ਕਰਨੀ ਹੈ, ਫਾਈਲ ਡਾਟ CSS ਸਟਾਈਲ ਡਾਟ CSS, ਜੋ ਕਿ ਆਈਕਨਸ ਨੇ ਐਕਚੁਅਲੀ ਪਿਛਲੇ ਸਾਲਾਂ 'ਚ ਕੁਝ ਟਾਈਮ ਪਹਿਲਾਂ ਸਾਨੂੰ ਇਸ ਦੀ ਐਕਸਟੈਂਸ਼ਨਸ ਸੈਪਰੇਟਲੀ ਡਾਊਨਲੋਡ ਇੰਸਟਾਲ ਕਰਨੀ ਪੈਂਦੀ ਸੀ, ਤਾਂ ਕਿ ਸਾਨੂੰ ਆਈਕਨਸ ਤੋਂ ਪਤਾ ਚੱਲੇ ਕਿਹੜੀ ਫਾਈਲ ਹੈ, ਹਰ ਫਾਈਲ ਦੇ ਡਿਫਰੈਂਟ ਆਈਕਨ। ਪਰ ਹੁਣ VS ਕੋਡ ਵਾਲੇ ਮਾਈਕਰੋਸਾਫਟ ਖੁਦ ਹੀ ਪਹਿਲਾਂ ਹੀ ਪ੍ਰੀ ਇੰਸਟਾਲਡ ਦੇਣ ਲੱਗ ਗਈ, ਤੁਹਾਨੂੰ ਸੈਪਰੇਟ ਇੰਸਟਾਲ ਕਰਨ ਦੀ ਲੋੜ ਨਹੀਂ ਪਈ, ਇਹ ਆਈਕਨਸ ਆਪਣੇ ਆਪ ਹੀ ਬਣੇ ਆਉਂਦੇ ਨੇ। ਇੱਕ ਹੋਰ ਵੀ ਈਜ਼ੀ ਵੇ ਹੈ, ਜੇ ਮੈਂ ਇੱਥੇ ਲਿਖਾਂ gs/app.js, ਉਹਨਾਂ ਨੇ ਹੁਣ JS ਦਾ ਫੋਲਡਰ ਵੀ ਕ੍ਰੀਏਟ ਹੋਇਆ ਤੇ ਉਸਦੀ ਅੰਦਰ ਫਾਈਲ ਵੀ ਕ੍ਰੀਏਟ ਹੋ ਗਈ। JS ਦਾ ਫੋਲਡਰ ਗਲਤੀ ਨਾਲ CSS ਫੋਲਡਰ ਦੇ ਅੰਦਰ ਬਣ ਗਿਆ ਸੀ, ਉਹ ਮੈਂ ਡਰੈਗ ਕਰਕੇ ਬਾਹਰ ਕਰ ਲਿਆ। ਇੱਦਾਂ ਸਿੰਪਲੀ ਆਪਾਂ ਕਰ ਸਕਦੇ ਹਾਂ। ਹੁਣ ਜੇ ਮੈਂ ਦੋ ਫਾਈਲਾਂ ਤੇ ਇਕੱਠੇ ਕੰਮ ਕਰਨਾ ਹੈ, JS ਤੇ ਇਸ ਤੇ ਤਾਂ ਸਿੰਪਲੀ ਮੈਂ ਡਰੈਗ ਕਰਕੇ ਉਹਨਾਂ ਨੂੰ ਪਾਰਟੀਸ਼ਨ ਲਈ ਡਿਵਾਈਡ ਕਰਤਾ, H1 text color, if I can directly select color red, एट द सेम टाइम मैं दोनों फाइल्स पे काम कर सकता कि जो मेरा H1 टैग है उस पर मैं रेड कलर कर दूँ। जो मैं नीचे भी करना है ना, दिस लाइक दिस, ਇੱਦਾਂ ਵੀ ਮੈਂ ਪਾਰਟੀਸ਼ਨ ਕਰ ਸਕਦਾ ਹਾਂ ਫਾਈਲ ਦੇ। ਹੁਣ ਮੈਂ ਤਿੰਨ ਫਾਈਲਾਂ ਐਟ ਅ ਸੇਮ ਟਾਈਮ ਦੇਖ ਸਕਦਾ, ਤਿੰਨ ਫਾਈਲਾਂ ਤੇ ਐਟ ਅ ਸੇਮ ਟਾਈਮ ਕੰਮ ਕਰ ਸਕਦਾ, app.js, default.html, CSS, JavaScript, CSS ਤੇ HTML, ਬੇਸਿਕ ਇਹੀ ਤਿੰਨ ਫਾਈਲਾਂ ਤੇ ਆਪਾਂ ਸਿੰਪਲ ਐਪਲੀਕੇਸ਼ਨ ਬਣਾ ਲੈਂਦੇ ਹਾਂ, ਰਾਈਟ। ਤੇ ਹੋ ਗਿਆ ਇਹਦਾ ਫਾਈਲ ਸਟਰਕਚਰ। ਤੇ ਨੈਕਸਟ ਹੈ ਆਪਸ਼ਨ ਸਰਚ। ਇਹ ਸਿੰਪਲੀ ਹੈ, ਤੁਹਾਨੂੰ ਪਤਾ ਹੀ ਹੋਣਾ, ਤੁਸੀਂ ਕੁਝ ਵੀ ਸਰਚ ਕਰ ਸਕਦੇ ਹੋ। ਮੈਂ H1 ਸਰਚ ਲਿਖਿਆ ਤੇ ਇਹਨੇ ਜਿਸ ਫਾਈਲ ਦੇ ਵਿੱਚ H1 ਹੈ ਉਹ ਮੈਨੂੰ ਸ਼ੋ ਕਰਤਾ, ਡਿਫਾਲਟ ਦੇ ਵਿੱਚ ਹੈ ਤੇ ਸਟਾਈਲ ਦੇ ਵਿੱਚ ਹੈ। ਨੈਕਸਟ ਹੈ ਸੋਰਸ ਕੰਟਰੋਲ। ਸੋਰਸ ਕੰਟਰੋਲ GitHub ਦੇ ਰਿਲੇਟਡ ਹੈ, ਕਿਵੇਂ ਇਹਨੂੰ GitHub ਤੇ GitLab ਨਾਲ ਕਿਸੇ ਨਾਲ ਕਨੈਕਟ ਕਿਵੇਂ ਕਰ ਸਕਦੇ ਹੋ, ਤੇ ਕੀ ਕੁਛ ਹੁੰਦਾ ਸੋਰਸ ਕੰਟਰੋਲ ਦੇ ਵਿੱਚ। ਤੁਸੀਂ ਆਪਣਾ ਕੋਡ ਸੇਵ ਕਰ ਸਕਦੇ ਹੋ। ਤੁਸੀਂ ਮੇਰੀ ਲਾਸਟ ਐਂਗੂਲਰ ਦੇ ਟਿਊਟੋਰੀਅਲਸ ਨੇ ਜਿਹੜੇ, ਉਹਨਾਂ 'ਤੇ ਦੇਖਿਆ ਹੋਣਾ ਕਿ ਮੈਂ ਕੋਡ GitHub 'ਤੇ ਪੁਸ਼ ਕਰ ਦਿੰਦਾ ਅਤੇ ਇੱਥੇ ਤੋਂ ਉਹ ਕਨੈਕਟ ਕਰਦਾ ਮੈਂ GitHub। ਸੈਪਰੇਟ ਵੀਡੀਓ ਦੇ ਵਿੱਚ ਮੈਂ GitHub ਦੇ ਬਾਰੇ ਡਿਟੇਲ 'ਚ ਸਮਝਾ ਦੂੰਗਾ, ਪਰ ਤੁਸੀਂ ਉਸ 'ਚ ਵੀ ਚੈੱਕ ਕਰ ਸਕਦੇ ਹੋ। ਉਸ ਟਿਊਟੋਰੀਅਲ ਦੇ ਵਿੱਚ ਵੀ ਕਾਫੀ GitHub ਦੇ ਰਿਲੇਟਡ ਮੈਂ ਦੱਸਿਆ ਹੋਇਆ। ਇਹ ਰਨ ਤੇ ਡਿਬੱਗ ਹੈ, ਆਪਾਂ ਆਪਣੇ ਪ੍ਰੋਜੈਕਟ ਨੂੰ ਕਿਵੇਂ ਰਨ ਤੇ ਡਿਬੱਗ ਕਰ ਸਕਦੇ ਹੋ, ਪਰ ਇਹ ਇੱਕ ਲਿਮਿਟਡ ਅਸੈਸ ਹੈ। ਜੇ ਤੁਸੀਂ ਕੰਪੇਅਰ ਕਰੋ VS ਕੋਡ VS ਸਟੂਡੀਓ ਨਾਲ, ਵਿਜ਼ੂਅਲ ਸਟੂਡੀਓ ਨਾਲ, ਤਾਂ ਇਹਦੇ 'ਚ ਕਾਫੀ ਲਿਮਿਟਡ ਹੈ। ਬਟ ਹਾਂ, ਤੁਸੀਂ ਕੋਡ ਆਪਣਾ ਚੰਗੀ ਤਰੀਕੇ ਨਾਲ ਡਿਬੱਗ ਕਰ ਸਕਦੇ ਹੋ, ਖਾਸ ਕਰਕੇ ਜੋ JS ਫਰੇਮਵਰਕਸ ਨੇ। ਇਹ ਕੁਛ ਡੋਕਰ ਦੇ ਇੰਸਟਾਲਰ ਨੇ, ਇਹ ਸੈਪਰੇਟ ਹੈ। ਇਹ ਮੀਨਸ ਮੈਂ ਖੁਦ ਐਡ ਕੀਤਾ ਵਾ ਇਹ ਤੁਹਾਡੇ, ਤੁਸੀਂ ਜੋ ਬੇਸਿਕ ਸਿੱਖ ਰਹੇ ਜਾਂ ਜਿਹਨਾਂ ਨੂੰ ਡੋਕਰ ਦੀ ਲੋੜ ਨਹੀਂ, ਉਹ
ਉਹ ਕੰਸੈਪਟ ਫਿਰ ਕਵਰ ਕਰਾਂਗੇ, ਉਹਦੀ ਲੋੜ ਨਹੀਂ ਹੈਗੀ। ਇੱਥੇ ਐਕਸਟੈਂਸ਼ਨਸ ਨੇ ਜਿਹੜੀ ਵੀ ਲੈਂਗੁਏਜਸ 'ਤੇ ਆਪਾਂ ਕੰਮ ਕਰਦੇ ਨੇ, ਆਪਾਂ ਉਹ ਐਡ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਇੰਟੈਲੀਜੈਂਸ ਕਿਹਨੂੰ ਕਹਿੰਦੇ, ਜਿਵੇਂ ਇੱਦਾਂ ਜਿਵੇਂ ਮੈਂ ਕਲਰ ਲਿਖਿਆ ਹੈ, ਰਾਈਟ, ਇਹ ਖੁਦ ਹੀ ਦੱਸਦਾ ਹੈ। ਜਿਵੇਂ ਹੁਣ ਮੈਂ ਸਿਰਫ ਕੰਟਰੋਲ ਤੇ ਸਪੇਸ ਕਲਿੱਕ ਕੀਤੇ ਤੇ ਕਿਹੜੀ H1 ਦੇ ਵਿੱਚ ਕਿਹੜੀ ਹੋਰ ਚੇਂਜਸ ਕਰ ਸਕਦਾ ਮੈਂ, ਹੋਰ ਕੀ ਕੁਛ ਹੁੰਦਾ ਹੈ, ਕੀ ਪ੍ਰੋਪਰਟੀ ਹੁੰਦੀ ਹੈ ਚੇਂਜ ਕਰ ਸਕਦਾ ਮੈਂ, ਉਹ ਖੁਦ ਹੀ ਸ਼ੋਅ ਕਰ ਦਿੰਦਾ ਹੈ। ਬਾਰਡਰ ਖੁਦ ਹੀ ਦਿੱਤਾ ਕਿੰਨਾ ਬਾਰਡਰ ਚਾਹੀਦਾ ਹੈ, ਮੈਨੂੰ ਕਰ ਦਿੰਦਾ ਲੀਵ, ਰਾਈਟ। ਤੇ ਮੈਂ ਕੁਛ ਲਾਈਵ ਸਰਵਰ ਹੈ ਜਿਵੇਂ, ਇਹ ਤੁਹਾਨੂੰ ਇੰਸਟਾਲ ਕਰਨਾ ਚਾਹੀਦਾ ਹੈ। ਇੱਥੇ ਸਰਚ ਕਰ ਲਓ ਤੇ ਲਾਈਵ ਸਰਵਰ ਐਡ ਕਰ ਲਓ। ਲਾਈਵ ਸਰਵਰ ਹੈ ਕਿ ਜਿਵੇਂ ਹੀ ਮੈਂ ਕੋਡ ਤੇ ਚੇਂਜਸ ਕਰਾਂ ਤੇ ਨਾਲ ਦੀ ਬਿਲਕੁਲ ਸੇਮ ਟਾਈਮ ਤੇ ਇਹ ਮੈਨੂੰ ਖੁਦ ਜਾ ਕੇ ਰਿਫਰੈਸ਼ ਕਰਨ ਦੀ ਕੁਛ ਲੋੜ ਨਹੀਂ ਹੈਗੀ, ਆਪਣੇ ਆਪ ਹੀ ਇਹ ਬਰਾਊਜ਼ਰ ਦੇ ਉੱਤੇ ਚੇਂਜਸ ਰਿਫਰੈਸ਼ ਕਰ ਦੂਗਾ, ਰਾਈਟ। ਹੋਰ ਤੁਸੀਂ ਐਂਗੂਲਰ ਤੇ ਕੰਮ ਕਰਨਾ, ਜੇ ਐਂਗੂਲਰ ਦੀ ਹੋਰ ਵੀ ਹੋਣੇ ਐਕਸਟੈਂਸ਼ਨਸ ਤੁਸੀਂ ਐਡ ਕਰ ਸਕਦੇ ਹੋ। ਜੀਰਾ ਦੇ ਰਿਲੇਟਡ ਬਾਅਦ 'ਚ ਤੁਹਾਨੂੰ ਸਮਝਾਊਂਗਾ ਮੈਂ। ਤੇ ਇੱਕ ਤੁਸੀਂ ਇਹ ਜ਼ਰੂਰ ਐਡ ਕਰਨੀ ਹੈ ਪ੍ਰੀਟੀਅਰ ਐਕਸਟੈਂਸ਼ਨ, ਕਿਉਂਕਿ ਪ੍ਰੀਟੀਅਰ ਐਕਸਟੈਂਸ਼ਨਸ ਹੈ ਜਿਹੜੀ, ਪ੍ਰੀਟੀਅਰ ਦਾ ਮਤਲਬ ਹੈ ਕਿ ਤੁਹਾਡੇ ਕੋਡ ਹੈ ਜਿਹੜਾ ਤੁਹਾਡਾ ਉਹ ਪ੍ਰੀਟੀ ਲੱਗੇ। ਇਕੱਲਾ ਕੋਡ ਰਨ ਕਰਦਾ, ਵਰਕ ਕਰਦਾ, ਇਹ ਹੀ ਇਕੱਲਾ ਜ਼ਰੂਰੀ ਨਹੀਂ ਹੈਗਾ। ਤੁਹਾਡਾ ਕੋਡ ਦੇਖਣ 'ਚ ਕਿਵੇਂ ਲੱਗਦਾ ਹੈ, ਇਹ ਵੀ ਬਹੁਤ ਬੜਾ ਪੁਆਇੰਟ ਹੁੰਦਾ ਹੈ ਡਿਵੈਲਪਰਸ ਦੇ ਲਈ। ਕਿਉਂਕਿ ਜਦੋਂ ਆਪਾਂ ਕੋਡ ਹੈ ਜਿਹੜਾ ਆਪਣਾ ਕਿਤੇ ਰੀਚੈਕ ਹੋਣ ਲਈ ਜਾਂਦਾ ਹੈ, ਰਾਈਟ, ਜਦੋਂ ਆਪਾਂ ਕਲਾਇੰਟ ਨੂੰ ਜਾਂ ਕਿਸੇ ਪ੍ਰੋਜੈਕਟ ਆਪਾਂ ਆਪਣੇ ਪ੍ਰੋਜੈਕਟ ਹੈ ਕੋਈ ਕਾਲਜ ਪ੍ਰੋਜੈਕਟ ਸਬਮਿਟ ਕਰਦੇ ਹਾਂ ਤਾਂ ਉੱਥੇ ਕੋਡ ਦੇਖਣ 'ਚ ਵੀ ਵਧੀਆ ਲੱਗਣਾ ਚਾਹੀਦਾ, ਰਾਈਟ। ਉਹਦੀ ਅਲਾਈਨਮੈਂਟ ਠੀਕ ਹੋਣੀ ਚਾਹੀਦੀ ਹੈ, ਕਿਤੇ ਜ਼ਿਆਦਾ ਸਪੇਸ ਨਾ ਹੋਵੇ, ਕਿਤੇ ਜ਼ਿਆਦਾ ਹੀ ਲਾਈਨਾਂ ਛੱਡ ਕੇ ਨਾ ਕੋਡ ਲਿਖਿਆ ਹੋਵੇ, ਉਹ ਸਾਰਾ ਕੁਝ ਚੈੱਕ ਕਰਦਾ ਹੈ ਇਹ ਪ੍ਰੀਟੀਅਰ ਐਕਸਟੈਂਸ਼ਨ। ਤਾਂ ਇਹਨੂੰ ਜ਼ਰੂਰ ਤੁਸੀਂ ਐਡ ਕਰਨਾ ਹੈ, ਰਾਈਟ। ਹੋਰ ਤੁਸੀਂ ਕਿਸੇ ਹੋਰ ਲੈਂਗੁਏਜ 'ਚ ਵੀ ਕੰਮ ਕਰਦੇ ਹੋ, ਜਿਵੇਂ ਮੈਂ ਰਿਐਕਟ 'ਤੇ ਕੰਮ ਕਰਦਾ, ਰਿਐਕਟ ਦੀਆਂ ਦੇਖੋ ਇਹਨਾਂ ਕਿੰਨੀਆਂ ਸਰਚ ਕਰਤੀਆਂ। ਸਿੰਪਲ ਰਿਐਕਟ ਸਨਿਪਟ ਮਤਲਬ ਵੀ ਉਹੀ ਹੁੰਦਾ ਹੈ, ਕੋਡ ਕੰਪਲੀਸ਼ਨ ਕਹਿ ਦਿੰਦੇ ਜਾਂ ਕੁਛ ਇੰਟੈਲੀਜੈਂਸ ਕਹਿ ਦਿੰਦੇ ਆ, ਰਾਈਟ। AI ਕਾਈਟ ਆਟੋ ਕੰਪਲੀਟ AI ਕੋਡ, ਪਾਈਥਨ ਵਗੈਰਾ ਸਾਰਾ ਕੁਝ ਯੂਜ਼ ਹੁੰਦਾ ਇਹਦੇ 'ਚ। ਫੁੱਲ ਪੈਕ ਰਿਐਕਟ ਨੇਟਿਵ ਦਾ, ਰਾਈਟ। ਮੈਂ ਕਿਸੇ ਹੋਰ ਲੈਂਗੁਏਜ 'ਤੇ ਕੰਮ ਕਰਦਾ, ਪਾਈਥਨ 'ਤੇ। ਦੇਖੋ ਪਾਈਥਨ ਦੇ ਪਲਗਇਨਸ ਆ ਗਏ ਨੇ, ਐਕਸਟੈਂਸ਼ਨਸ ਆ ਗਈਆਂ ਨੇ। ਤੁਸੀਂ ਪਾਈਥਨ ਦੇ ਕੰਮ ਕਰਨਾ, ਆਪਣੇ ਅਕੋਰਡਿੰਗਲੀ ਕਿਸ ਚੀਜ਼ 'ਤੇ ਤੁਸੀਂ ਕੰਮ ਕਰਨਾ ਉਹ ਤੁਸੀਂ ਐਡ ਕਰ ਸਕਦੇ ਹੋ, ਰਾਈਟ। ਉਸ ਤੋਂ ਨੈਕਸਟ ਹੈ ਐਟਲੇਸ਼ਨ, ਇਹਦੀ ਵੀ ਤੁਹਾਨੂੰ ਲੋੜ ਨਹੀਂ ਹਲੇ। then docker ਦੀ ਸੋਲਿਊਸ਼ਨ, GitHub, then ਇਹ ਤੁਸੀਂ GitHub 'ਤੇ ਮੈਂ ਆਪਣੇ ਨਾਮ ਨਾਲ ਲੌਗਇਨ ਕੀਤਾ ਵਾ, ਤੁਸੀਂ ਵੀ ਲੌਗਇਨ ਕਰ ਸਕਦੇ ਹੋ, ਇਹ ਤੁਹਾਨੂੰ ਮੈਂ ਐਕਸਪਲੇਨ ਕਰ ਦੂੰਗਾ। ਤੇ ਸੈਟਿੰਗ ਲਾਸਟ ਹੈ ਆਪਣੀ ਮੇਨ ਸੈਟਿੰਗ ਦੇ ਵਿੱਚ ਤੁਹਾਨੂੰ ਜਾ ਕੇ ਤੁਸੀਂ ਇਹ ਚੈੱਕ ਕਰ ਸਕਦੇ ਹੋ, ਜਿਵੇਂ ਸੈਟਿੰਗਸ ਇਸ ਦੀ ਐਕਸਟੈਂਸ਼ਨਸ ਨੇ, ਤੁਹਾਨੂੰ ਕੋਈ ਚੀਜ਼ ਨਹੀਂ ਪਸੰਦ, ਕੀਬੋਰਡ ਸ਼ਾਰਟਕਟਸ ਨੇ, ਰਾਈਟ। ਕਲੋਜ਼ ਕਰ ਦਿੰਦੇ ਹਾਂ। ਹਾਂਜੀ, ਤੁਸੀਂ ਕੋਈ ਵੀ ਐਕਸਟੈਂਸ਼ਨ ਇੱਥੋਂ ਪੜ੍ਹ ਸਕਦੇ ਹੋ। ਦੇਖੋ ਇੱਥੋਂ ਪਹਿਲਾਂ ਆਪਾਂ ਐਡਿਟ ਵੀ ਕਰ ਸਕਦੇ ਹਾਂ ਇਹਨੂੰ, ਲਾਈਕ ਆਪਾਂ ਐਡ ਕਰਸਰ ਅਬਵ, ਆਪਾਂ ਕਰਸਰ ਅਬਵ ਕਰਨੇ ਦੇ ਖੁਦ ਵੀ ਆਪਣੇ ਸ਼ਾਰਟਕਟ ਬਣਾ ਸਕਦੇ ਹਾਂ, ਕਿ ਜਿਵੇਂ Ctrl+Alt+Up ਐਰੋ ਜੋ ਬੇਸਿਕ ਹੈ, ਜੋ ਬਾਈ ਡਿਫਾਲਟ ਹੈ।
ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕੁਛ ਹੋਰ ਸ਼ਾਰਟਕਟ ਦੇਣਾ, ਤੁਸੀਂ ਉਹ ਵੀ ਕੰਬੀਨੇਸ਼ਨ ਆਫ ਕੀਜ਼ ਇੱਥੇ ਲਿਖ ਸਕਦੇ ਹੋ, ਤੇ ਤੁਹਾਡੇ ਸਿਸਟਮ 'ਤੇ ਤੁਹਾਡੇ ਵਿਜ਼ੂਅਲ ਕੋਡ ਦੇ ਉੱਤੇ ਫਿਰ ਉੱਦਾਂ ਹੀ ਵਰਕ ਕਰੂਗਾ, ਉਹੀ ਸ਼ਾਰਟਕਟ ਕੰਮ ਕਰਨਗੇ, ਰਾਈਟ। ਜਿਵੇਂ ਪੁਰਾਣੇ ਟਾਈਮ ਦੇ ਵਿੱਚ ਆਪਾਂ ਦੇਖਦੇ ਸੀ ਕਿ 9 ਨੰਬਰ 'ਤੇ ਕੋਈ ਮੋਬਾਈਲ ਨੰਬਰ ਸੈੱਟ ਕਰ ਸਕਦੇ ਸੀ, 9 ਪ੍ਰੈਸ ਕਰੋਗੇ ਅਤੇ ਉਹੀ ਨੰਬਰ ਕਾਲ ਹੋ ਜਾਊਗਾ। ਇੱਦਾਂ ਸ਼ਾਰਟਕਟਸ ਹੁੰਦੇ ਨੇ। ਸ਼ਾਰਟਕਟ ਤਾਂ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਕੰਪਿਊਟਰ ਸਭ ਨੇ ਯੂਜ਼ ਕੀਤੇ। ਕੰਟਰੋਲ ਸੀ, ਕੰਟਰੋਲ ਵੀ, ਕੰਟਰੋਲ Z, ਇਹ ਤਾਂ ਬੇਸਿਕ ਨੇ, ਸਾਰਿਆਂ ਨੂੰ ਆਉਂਦੇ ਹੋਣਾ ਇਹੋ। ਜੇ ਨਹੀਂ ਆਉਂਦੇ, ਕਿਸੇ ਨੂੰ ਕੋਈ ਡਾਊਟ ਹੈ, ਕਿਉਂਕਿ ਵਿਜ਼ੂਅਲ ਕੋਡ ਦੇ ਬਹੁਤ ਜ਼ਿਆਦਾ ਨੇ, ਤੁਸੀਂ ਯਾਦ ਕਰ ਲਿਓ। ਸਾਰੇ ਤਾਂ ਵੈਸੇ ਯਾਦ ਹੁੰਦੇ ਨਹੀਂ, ਜਿਹੜੇ ਪ੍ਰੈਕਟਿਸ ਕਰ ਸਕਦੇ ਹੋ ਜਿੰਨੇ ਤੋਂ ਜ਼ਿਆਦਾ ਉਹਨੇ ਕਰਿਓ, ਕਿਉਂਕਿ ਸ਼ਾਰਟਕਟਸ ਦੇ ਨਾਲ ਤੁਹਾਡਾ ਕੰਮ ਬਹੁਤ ਈਜ਼ੀ ਹੋ ਜਾਂਦਾ ਹੈ, ਰਾਈਟ। ਜਸਟ ਲਾਈਕ ਮੈਂ ਤੁਹਾਨੂੰ ਕੰਟਰੋਲ C ਦੀ ਗੱਲ ਕਰਾਂ, ਮੈਨੂੰ ਸ਼ਾਰਟਕਟ ਆਉਂਦਾ, ਮੈਂ ਕੰਟਰੋਲ Z ਕਰਤਾ ਅਤੇ ਵਾਪਸ ਹੋ ਗਿਆ। ਅਦਰਵਾਈਜ਼ ਮੈਨੂੰ ਹਰ ਵਾਰੀ ਮਾਊਸ ਨਾਲ ਡਿਲੀਟ ਕਰਨਾ ਪੈਣਾ। ਅਤੇ ਲੌਂਗ ਟਰਮ ਦੇ ਵਿੱਚ ਤੁਹਾਨੂੰ ਬੜਾ ਈਜ਼ੀ ਰਹਿੰਦਾ ਜੇ ਤੁਹਾਨੂੰ ਸ਼ਾਰਟਕਟਸ ਆਉਂਦੇ ਨੇ। ਬਹੁਤ ਸ਼ਾਰਟਕਟਸ ਨੇ, ਤੁਸੀਂ ਆਪਣੇ ਯਾਦ ਕਰ ਲਿਓ ਅਤੇ ਪ੍ਰੈਕਟਿਸ ਕਰਿਓ। ਜਿੰਨੀ ਪ੍ਰੈਕਟਿਸ ਕਰੋਗੇ ਉਨੇ ਯਾਦ ਹੋ ਜਾਂਦੇ ਨੇ ਮਾਈਂਡ ਨੂੰ, ਅਦਰਵਾਈਜ਼ ਆਪਾਂ ਭੁੱਲ ਜਾਂਦੇ ਨੇ, ਰਾਈਟ। ਆਪਾਂ ਥੀਮ ਚੇਂਜ ਕਰ ਸਕਦੇ ਹਾਂ ਆਪਣੀ, ਜਿਸ ਲਾਈਕ ਤੁਹਾਨੂੰ ਕੋਈ ਹੋਰ ਥੀਮ ਪਸੰਦ ਹੈ, ਮੈਨੂੰ ਡਾਰਕ ਥੀਮਸ ਹੀ ਪਸੰਦ ਨੇ ਜ਼ਿਆਦਾ। ਇਹ ਥੀਮ ਵੈਸੇ ਮੈਨੂੰ ਮੇਰੀ ਕੋਈ ਫੇਵਰੇਟ ਨਹੀਂ ਹੈਗੀ, ਇਹ ਥੀਮ ਸਿਰਫ ਮੈਂ ਤੁਹਾਨੂੰ ਸਮਝਾਉਣ ਦੇ ਲਈ ਚੇਂਜ ਕੀਤੀ ਹੈ, ਰਾਈਟ। ਇਹ ਵੀ ਡਾਰਕ ਥੀਮ ਹੈ, ਇਹ ਬਲੱਡ ਰੈਡ, Visual Studio in dark high contrast, light contrast, dark plus ਇਹ ਲਾਈਟ ਥੀਮਸ ਨੇ, with light, solarized light, Visual Studio 19 light, ਇਹ ਡਾਰਕ ਥੀਮ। ਕੁਝ ਥੀਮਸ ਤੁਸੀਂ ਖੁਦ ਐਡ ਕਰ ਸਕਦੇ ਹੋ, ਸੈਪਰੇਟ ਨੇ, ਮਤਲਬ ਤੁਸੀਂ ਲੱਭ ਸਕਦੇ ਹੋ। ਇਹ ਡਾਰਕ ਬੋਰਡਡ community material theme, material darker contrast, like thousands themes ਨੇ ਇਹਦੇ 'ਚ। GitHub light, GitHub default, beta, GitHub dark, winter is coming। ਇਹ ਤੁਸੀਂ ਆਪਣੇ ਸਟੂਡੀਓ ਤੋਂ ਡਾਊਨਲੋਡ ਕਰੋ ਅਤੇ ਖੁਦ ਖੇਡੋ ਉਹਦੇ ਗੇਮ, ਕੋਡਿੰਗ ਤੋਂ ਵੀ ਜ਼ਿਆਦਾ, ਜਿਹਦੇ 'ਚ ਤੁਹਾਨੂੰ ਜ਼ਿਆਦਾ ਮਜ਼ਾ ਆਉਂਦਾ, ਜ਼ਿਆਦਾ ਵਧੀਆ ਲੱਗਦਾ ਹੈ। ਜਦੋਂ ਆਪਾਂ ਨੂੰ ਸਾਰਾ ਕੁਛ ਆਪਾਂ ਕੰਫਰਟੇਬਲ ਫੀਲ ਕਰਦੇ ਨੇ, ਜਿਸ ਪਲੇਟਫਾਰਮ ਦੇ ਉੱਤੇ, ਉੱਥੇ ਆਪਾਂ ਜ਼ਿਆਦਾ ਆਪਣਾ ਦਿਮਾਗ ਚਲਾ ਸਕਦੇ ਹਾਂ, ਈਜ਼ੀਲੀ ਸਿੱਖ ਸਕਦੇ ਹਾਂ ਚੀਜ਼ਾਂ, ਈਜ਼ੀਲੀ ਕੰਮ ਕਰ ਸਕਦੇ ਹੋ, ਜ਼ਿਆਦਾ ਟਾਈਮ ਕੰਮ ਕਰ ਸਕਦੇ ਹੋ। ਜਿਵੇਂ ਹੁਣ ਨੋਟ ਪਲੱਸ ਨੋਟ, ਹਾਂਜੀ, ਨੋਟ ਪਲੱਸ ਪਲੱਸ ਹੈ ਇੱਕ, ਮਤਲਬ ਅੱਜ ਤੋਂ 7-8 ਸਾਲ ਪਹਿਲਾਂ ਸਾਡੇ ਵਾਸਤੇ ਉਹੀ ਬੈਸਟ ਕੋਡ ਐਡੀਟਰ ਸੀ। ਉਹਦੇ 'ਤੇ ਕੰਮ ਕਰਦੇ ਕਰਦੇ ਬੋਰ ਹੋ ਜਾਂਦੇ ਸੀ, ਥੱਕ ਜਾਂਦੇ ਸੀ ਅਸੀਂ, ਕਿਉਂਕਿ ਸਟਾਰਟਿੰਗ ਦੇ ਵਿੱਚ ਬੋਰ ਹੋ ਜਾਂਦੇ, ਥੱਕ ਜਾਂਦੇ ਜਲਦੀ, ਯੂਜ਼ ਟੂ ਨਹੀਂ ਹੁੰਦੇ ਚੀਜ਼ਾਂ ਦੇ। ਜੇ ਤੁਹਾਨੂੰ ਪਲੇਟਫਾਰਮ ਵਧੀਆ ਮਿਲੇ, ਕੋਡ ਐਡੀਟਰ ਵਧੀਆ ਹੋਵੇ, ਤਾਂ ਤੁਸੀਂ ਖੁਸ਼ੀ ਖੁਸ਼ੀ ਕੰਮ ਕਰ ਲੈਂਦੇ ਆ, ਰਾਈਟ। ਹੁਣ ਮੈਂ ਮਟੀਰੀਅਲ ਥੀਮ ਸਿਲੈਕਟ ਕੀਤੀ ਹੈ, ਮੈਨੂੰ ਇਹ ਪਸੰਦ, ਅਤੇ ਮੈਂ ਇਹਨੂੰ ਇੰਸਟਾਲ ਕਰ ਸਕਦਾ, ਰਾਈਟ। ਇਹਨੇ ਆਪਣੇ ਆਪ ਹੀ ਇੰਸਟਾਲ ਕਰ ਦੇਣੀ ਹੈ ਥੀਮ। ਕੁਛ ਥੀਮਸ ਇੰਸਟਾਲ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਬਾਅਦ 'ਚ ਦਿਖਾਈਆਂ ਨੇ, ਇਹ ਵਾਲੀਆਂ, ਇਹ ਤੁਹਾਨੂੰ ਇੰਟਰਨੈਟ ਤੋਂ ਦਿਖਾ ਰਿਹਾ ਸੀ ਉਹ, ਬਟ ਤੁਹਾਡੇ ਸਿਸਟਮ 'ਚ ਇੰਸਟਾਲ ਹੋਣ ਕਰੂਗਾ। ਮੈਂ ਸਿਲੈਕਟ ਕੀਤੀ, ਉਹਨੇ ਇੰਸਟਾਲ ਕਰ ਦੇਣੀ। ਸੈਟਿੰਗ, ਸਿੰਕਨ, ਮੈਨੇਜ ਵਰਕ ਸਪੇਸ, ਟਰਸਟ, ਤੁਸੀਂ ਇਹਦੇ ਅਪਡੇਟਸ ਚੈੱਕ ਕਰ ਸਕਦੇ ਹੋ, ਕਰੰਟਲੀ ਇਹ ਅਪਡੇਟਡ ਹੈ, ਰਾਈਟ। ਫਾਈਲ ਆਈਕਨ ਥੀਮਸ ਹੈ, ਉਹ ਵੀ ਡਿਫਰੈਂਸ ਨੇ ਇਹਦੇ 'ਚ। ਮਟੀਰੀਅਲ ਆਰਕ, ਡਾਰਕ ਓਸ਼ਨ,
ये भी मैं चेंज करती। हाँ देखो थीम्स चेंज हो गए ने हुण इत्थों चेंज हो गए ने। क्लोज करते हैं ਆਪਾਂ ਬਾਕੀ ਨੂੰ क्लोज करते हैं। ये फाइल ओपन रखते हैं ਆਪਾਂ ਤਾਂ ਕਿ ਆਪਾਂ ਫਾਈਲਸ ਦੇ ਆਈਕਨਸ ਚੈੱਕ ਕਰ ਸਕੀਏ। ਹੁਣ ਆਈਕਨਸ ਡਿਫਰੈਂਟ ਨੇ, ਹੁਣ ਡਿਫਰੈਂਟ ਨੇ। ਤੇ ਜੋ ਵੀਐਲ ਸਟੂਡੀਓ ਦੇ ਬਾਈ ਡਿਫਾਲਟ ਨੇ ਸੇਟੀ ਆਪਾਂ ਉਹ ਵੀ ਰੱਖਦੇ ਹਾਂ, ਉਹ ਮੈਨੂੰ ਵਧੀਆ ਲੱਗਦੇ ਨੇ ਆਈਕਨਸ। ਉਸ ਤੋਂ ਬਾਅਦ ਆਪਾਂ ਸੈਟਿੰਗ ਤੇ ਜਾਂਦੇ ਨੇ। ਯੂਜ਼ਰ ਦੇ ਲਈ ਸੈਟਿੰਗ ਕਿਹੜੀ ਹੈ ਆਪਣੀ। ਆਪਾਂ ਫੌਂਟ ਸਾਈਜ਼ ਜੇ ਆਪਾਂ ਬੜੀ ਸਕਰੀਨ ਦੇ ਉੱਤੇ ਯੂਜ਼ ਕਰਨਾ ਆਪਾਂ ਫੌਂਟ ਸਾਈਜ਼ ਚੇਂਜ ਕਰ ਸਕਦੇ ਹਾਂ ਰਾਈਟ। ਹੁਣ ਬੜੀ ਸਕਰੀਨ ਦੇ ਉੱਤੇ ਛੋਟਾ ਦਿਖਦਾ ਹੈ ਨਹੀਂ ਤੇ 18 ਕਰ ਸਕਦੇ ਹਾਂ। ਤੁਸੀਂ ਫੌਂਟ ਫੈਮਿਲੀ ਚੇਂਜ ਕਰ ਸਕਦੇ ਹੋ ਆਪਣੇ ਅਕੋਰਡਿੰਗਲੀ, ਜੋ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਚੇਂਜ ਕਰ ਸਕਦੇ ਹੋ। ਕਸਟਮਾਈਜੇਸ਼ਨ ਕਰ ਸਕਦੇ ਹੋ ਇਹਦੇ ਵਿਜ਼ੂਅਲ ਕੋਡ ਦੇ ਵਿੱਚ। ਸਭ ਤੋਂ ਬੈਸਟ ਥਿੰਗ ਇਹੀ ਲੱਗਦੀ ਹੈ, ਹੋਰਾਂ ਦੇ ਵਿੱਚ ਇੰਨੀ ਕਸਟਮਾਈਜੇਸ਼ਨ ਬਿਲਕੁਲ ਵੀ ਨਹੀਂ ਮਿਲਦੀ। ਕਰਸਰ ਕਿਵੇਂ ਦੀ ਚਾਹੀਦੀ ਹੈ ਤੁਹਾਨੂੰ, ਵੇਟ ਫਾਰਮੈਟਿੰਗ ਫੌਂਟਸ ਫਾਈਲਸ ਵਰਕਬੈਂਚ ਵਿੰਡੋਜ਼ ਫੀਚਰ ਐਪਲੀਕੇਸ਼ਨ ਸਿਕਿਉਰਿਟੀ ਕੁਛ ਵੀ ਚੇਂਜ ਕਰ ਸਕਦੇ ਹੋ ਤੁਸੀਂ। ਐਕਸਕਲੂਡ ਕਿਟ ਇਗਨੋਰ ਰਾਈਟ। ਤੁਸੀਂ ਹੋਰ ਵੀ ਬਹੁਤ ਨੇ ਜੀ, ਇਕੱਲੀ ਇਕੱਲੀ ਸੈਟਿੰਗ ਡਿਟੇਲ 'ਚ ਸਮਝਣ ਲੱਗ ਗਏ ਆਪਾਂ ਤਾਂ ਬਹੁਤ ਬੜੀ ਵੀਡੀਓ ਬਣ ਜੂਗੀ ਇਹ ਤੁਸੀਂ ਖੁਦ ਯੂਜ਼ ਕਰੋ, ਇਹਨੂੰ ਇੰਸਟਾਲ ਕਰੋ, ਪ੍ਰੋਗਰਾਮਿੰਗ ਸਿੱਖੋ, ਨਾਲ ਦੀ ਨਾਲ ਹੀ ਤੁਸੀਂ ਸਿੱਖ ਜਾਓਗੇ ਵੀ ਇਹਦੇ ਫੀਚਰ ਵੀ। ਜਿਵੇਂ ਮੈਥ ਇੱਕ ਤੋਂ ਹੋਰ ਤੁਹਾਨੂੰ ਦੱਸ ਦਿੰਦਾ ਕਰਕੇ ਰਾਈਟ। ਕੰਟਰੋਲ ਵੈਦਰ ਬ੍ਰੈਕਟ ਪੇਅਰ ਨੋਟ ਜੋ ਟਰੂ ਕਰ ਦਿੰਦੇ ਆ। ਮੈਨੂੰ ਟਰੂ ਪਸੰਦ, ਮੇਰੀ ਪਰਸਨਲ ਚੋਇਸ ਹੈ ਇਹ, ਤੁਸੀਂ ਆਪਣੀ ਚੋਇਸ ਤੁਹਾਡੀ ਡਿਫਰੈਂਟ ਵੀ ਹੋ ਸਕਦੀ ਹੈ। ਬੋਰਡ ਟਰੈਪ board trap control how lines should trap on inherited right। ਆਪਾਂ ਯੂਜ਼ ਕਰ ਸਕਦੇ ਹਾਂ, ਮੈਨੂੰ ਇਹ ਪਸੰਦ ਨੇ। ਵੈਸੇ ਕੁਛ ਐਕਸਟਰਾ ਐਕਸਟੈਂਸ਼ਨਸ ਯੂਜ਼ ਕਰਨੀ ਪੈਂਦੀ ਸੀ ਪਹਿਲਾਂ, ਬਟ ਹੁਣ ਬਾਈ ਡਿਫਾਲਟ ਕਰ ਸਕਦੇ ਹਾਂ ਜਿਵੇਂ ਇਹਨਾਂ ਨੇ ਦੱਸਿਆ ਵੀ ਹੈ। ਆਪਸ਼ਨ ਵੀ ਦਿੱਤਾ ਜੇ ਤੁਸੀਂ ਇਹਦੀ ਨਾਲ ਦੀ ਕੁਛ ਮੈਚਿੰਗ ਹੋਰ ਕਰਨਾ ਚਾਹੁੰਦੇ ਹੋ ਤੁਸੀਂ ਉਹ ਕਰ ਸਕਦੇ ਹੋ। ਤੇ ਥਾਊਜ਼ੈਂਡਸ ਆਈ ਥਿੰਕ ਲੈਂਗੁਏਜਸ ਨੂੰ ਨਾਲ ਤੇ ਕੰਮ ਕਰ ਸਕਦੇ ਹਾਂ ਆਪਾਂ ਇਸ ਪਲੇਟਫਾਰਮ ਦੇ ਉੱਤੇ ਆ ਕੇ। ਸੀ ਹੈਸ਼ ਤੇ ਕੰਮ ਕਰਨਾ ਤੁਸੀਂ, ਸੀ ਹੈਸ਼ ਦੀ ਐਕਸਟੈਂਸ਼ਨਸ ਹੋਣਗੀਆਂ ਇੱਥੇ ਹਜ਼ਾਰਾਂ ਨੇ। ਸੀ ਪਲੱਸ ਪਲੱਸ ਸੀ ਤੇ ਕਿਸੇ ਵੀ ਪ੍ਰੋਗਰਾਮਿੰਗ ਲੈਂਗੁਏਜ ਦੇ ਉੱਤੇ ਤੁਸੀਂ ਇਸ ਟੂਲ ਦੇ ਉੱਤੇ ਆ ਕੇ ਕੰਮ ਕਰ ਸਕਦੇ ਹੋ ਰਾਈਟ। तो सब तो मेन चीज़ रहेगी है जो वो है टर्मिनल्स। कर दे नवा टर्मिनल ओपन। ये है टर्मिनल प्रॉब्लम्स ਜਦੋਂ ਕੋਈ ਤੁਹਾਡੇ ਪ੍ਰੋਜੈਕਟ ਦੇ ਵਿੱਚ ਕੋਈ ਕੋਡਿੰਗ ਦੇ ਵਿੱਚ ਕੋਈ ਐਰਰ ਆ ਜਾਂਦਾ ਹੈ, ਸਿੰਟੈਕਸ ਐਰਰ ਹੈ ਜਾਂ ਕੋਈ ਹੋਰ ਐਰਰ ਹੈ, ਇੱਥੇ ਪ੍ਰੋਬਲਮ ਸ਼ੋ ਹੁੰਦੀ ਹੈ। ਆਊਟਪੁੱਟ ਹੈ, ਕੀ ਆਊਟਪੁੱਟ ਹੈ ਤੁਹਾਡੀ ਇੱਥੇ ਸਕਸੈਸਫੁਲੀ ਰਨ ਹੋਇਆ ਜਾਂ ਨਹੀਂ। ਟਰਮੀਨਲਸ ਨੇ, ਕਮੈਂਟ ਨੇ ਰਾਈਟ। appearance gadget full zen mode centralized layout selection को ये ਸ਼ਾਰਟਕਟਸ ਨੂੰ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। VS ਕੋਡ ਬੈਸਟ ਟੂਲ ਹੈ, ਤੁਸੀਂ ਇਸ 'ਤੇ ਕੋਈ ਵੀ ਕੰਮ ਕਰ ਸਕਦੇ ਹੋ। ਜਸਟ ਲਾਈਕ ਕਿ ਮੈਂ ਤੁਹਾਨੂੰ ਆਪਣਾ ਇੱਕ ਹੋਰ ਪ੍ਰੋਜੈਕਟ ਦਿਖਾਉਣਾ
ਜੋ ਪਹਿਲਾਂ ਤੋਂ ਬਣਿਆ ਹੋਇਆ ਉਹਨੂੰ ਓਪਨ ਕਿਵੇਂ ਕਰਨਾ ਹੈ। ਜਿਸ ਲਾਈਕ ਐਂਗੂਲਰ ਡੈਮੋ ਦਾ ਪ੍ਰੋਜੈਕਟ ਹੈ, ਫਾਰਮਸ ਦਾ ਪ੍ਰੋਜੈਕਟ ਹੈ। ਮੈਂ ਚਾਹੁੰਦਾ ਇਸ ਤੇ ਮੈਂ ਇਹਨੂੰ ਵੇਸ ਸਟੂਡੀਓ 'ਚ ਓਪਨ ਕਰਨਾ ਮੈਂ ਇਹ फोल्डर जो मेन फोल्डर ओपन करूंगा मैं CMD। मैं जस्ट लिखूंगा CMD, फोल्डर ओपन हो जाएगा कोड स्पेस डॉट ਇਹ ਆਪਣਾ VS ਕੋਡ ਦੇ ਵਿੱਚ ਪ੍ਰੋਜੈਕਟ ਓਪਨ ਹੋ ਜਾਊਗਾ। ਆਪਾਂ ਇੱਥੇ ਰਨ ਕਰਕੇ ਦੇਖਣਾ ਚਾਹੁੰਦੇ ਹਾਂ ਆਪਣਾ CMD ਦੇ ਵਿੱਚ ਰਨ ਹੋਊਗਾ। ਹਾਂਜੀ डिफरेंट लैंग्वेजेस ਤੇ डिफरेंट प्रोजेक्ट ਨੇ ਉਹਨਾਂ ਦੇ डिफरेंट ਆਪਣੇ ਕੀਵਰਡਸ ਹੋ ਸਕਦੇ ਨੇ। ਐਂਗੂਲਰ ਦੇ ਵਿੱਚ ngServe ਯੂਜ਼ ਕੀਤਾ ਜਾਂਦਾ। ਓਬਵੀਅਸਲੀ ਤੁਹਾਨੂੰ ਪਤਾ ਹੀ ਹੋਣਾ, ਤੁਸੀਂ ਪਿਛਲੇ ਲੈਕਚਰ ਤੇ ਦੇਖੇ ਹੋਣੇ, ਜੇ ਨਹੀਂ ਦੇਖੇ ਫਰੰਟ ਐਂਡ ਤੇ ਤੁਸੀਂ ਵਧੀਆ ਡਿਵੈਲਪਰ ਬਣਨਾ ਚਾਹੁੰਦੇ ਹੋ ਤਾਂ ਐਂਗੂਲਰ ਮਸਟ। ਐਂਗੂਲਰ ਹਰ ਕੰਪਨੀ ਦੇ ਵਿੱਚ ਮੰਗੀ ਜਾਂਦੀ ਹੈ ਫਰੰਟ ਐਂਡ ਦੇ ਲਈ ਸਪੈਸ਼ਲੀ। ਫਰੰਟ ਐਂਡ ਤੇ ਫੁੱਲ ਸਟੈਕ ਡਿਵੈਲਪਰ ਦੀ ਹੀ ਡਿਮਾਂਡ ਹੈ ਮਾਰਕੀਟ ਦੇ ਵਿੱਚ। ਬਰਾਊਜ਼ਰ ਦੇ ਵਿੱਚ ਓਪਨ ਕੀਤਾ ਇਹਨੂੰ ਮੈਂ ਗੂਗਲ ਹੋਸਟ। ਦੇਖੋ ਇਹ ਪ੍ਰੋਜੈਕਟ ਆਪਣਾ ਓਪਨ ਹੋ ਗਿਆ, ਰਨ ਹੋ ਗਿਆ। ਇਹ ਹੈ ngServe। ਮੈਂ ਉਹ ਕੁਛ ਵੀ ਇੱਥੇ ਚੇਂਜ ਕਰੂੰਗਾ ਇਹਨਾਂ ਕਿਸੇ ਵੀ ਫਾਈਲ ਦੇ ਵਿੱਚ, ਜਿਸ ਲਾਈਕ ਕਿ HTML ਹੈ। मैं इतने लिखदा प्लीज सब्सक्राइब अपना तो मैंने इतने वन ये अपने आप ही मैं सेव किया, अपने आप ही पेज रिफ्रेश हो गया। सब्सक्राइब टेक इंजीनियर। ਜੇ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਸਮਝ ਆਈ, ਵਧੀਆ ਲੱਗੀ, ਤੁਹਾਨੂੰ VS ਕੋਡ ਦੇ ਫੀਚਰ ਪਤਾ ਲੱਗੇ ਤਾਂ ਤੁਸੀਂ ਪਲੀਜ਼ ਮੇਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਫਰੈਂਡਸ ਨਾਲ ਸ਼ੇਅਰ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਕਰੋ। ਜੇ ਤੁਹਾਨੂੰ ਕੋਈ ਵੀ ਡਾਊਟ ਹੈ ਕਿਵੇਂ VS ਕੋਡ ਤੁਸੀਂ ਯੂਜ਼ ਕਰਨਾ ਹੈ, ਉਸ ਦਾ ਕੋਈ ਫੀਚਰ ਨਹੀਂ ਪਤਾ, ਥੀਮ ਕਿਵੇਂ ਚੇਂਜ ਕਰਨੀ ਹੈ, ਸੈਟਿੰਗ, ਕੋਈ ਵੀ VS ਕੋਡ ਦੇ ਰਿਲੇਟਡ ਕੋਈ ਇਸ਼ੂ ਹੈ ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਨੂੰ ਨੈਕਸਟ ਮੈਂ ਤੁਹਾਨੂੰ ਜਲਦੀ ਹੀ ਉਸ ਦਾ ਸਲਿਊਸ਼ਨ ਜ਼ਰੂਰ ਦੇਵਾਂਗਾ। ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ